सतनाम श्री वाहिगुरु साहिब जीओ। श्री राग महला पहला। आवो भैने गल मिल है अंक सहेलड़ियाँ, मिल के करे कहानियाँ समरथ कंतकियाँ। साचे साहिब सब गुण अवगुण सब असां, करता सबको तेरा जोर। एक शब्द विचारिय जा तू ता क्या होर, करता सबको तेरा जोर। एक शब्द विचारिय जा तू ता क्या होर। ये पवित्र शब्द राग श्री राग विचों धन धन श्री गुरु ग्रंथ साहिब महाराज जी दे अंग 17 पर सुभाएमान है, जो आप जी ने सरवण किया। इस शब्द राही धन धन श्री गुरु नानक देव जी महाराज दसदे हन, जदों यात्रा उदासियां करते हुए पाकपटन पहुँचे, जो बाबे शेख फरीद का इलाका है, जिस इलाके का महान फकीर सूफी फकीर बाबा शेख फरीद होया है। और धन गुरु नानक देव जी के समय उस अस्थान ते बाबे शेख फरीद का पोता चेला शेख ब्रह्म सेवा कर रहे हैं। कई थाई इसनों शेख इब्राहिम भी कह देंदे आ। ते सतगुरु जी का सुभाअ सी परमेश्वर के प्यारिਆਂ ਨੂੰ मिलना, गलबात करनी, परमेश्वर दीयां कथा कहानियां करनियां। जिवें एक शब्द है, आवो संत मिलो मेरे भाई, मिल हर हर कथा करो। तो आओ उस मालक दीयां गल्लां कर लईए चार। जिथे कोई महापुरुष रब का प्यारा मिलता है, उत्थे गुरु नानक पातशाह जी जाते हैं, विचरते हैं, तो उन्हों की संगत करते हैं, उन्होंने कोल बहिंदे आ। परमेश्वर दीयां विचारां, परमेश्वर दीयां कथा कहानियां करते हैं। ते जिन्हां नूं कोई शंका हुंदा है, वो भी शंके धन गुरु नानक देव जी दूर करते हैं। अज वाला जो शब्द आप जी ने सरवण किया राग श्री राग चों, इहदी उथानका है। उथानका का मतलब हुंदा किहड़ा शब्द कदों कित्थे क्यों उचारिया गया। तो ये जो शब्द उचारिया गया शेख बाबा फरीद जी के डेरे ते पाकपटन विखे, शेख ब्रह्म या शेख इब्राहिम, ये दोने इक्को ही मनुख के नाम है। ਉਹਦੇ ਨਾਲ ਗੱਲਬਾਤ ਆਰੰਭ ਹੋਈ ਆ। ਜਦੋਂ ਕੋਈ ਦੋ ਰੱਬ ਦੇ ਪਿਆਰੇ ਮਿਲਦੇ ਹੈ ਤਾਂ ਕਹਿੰਦੇ ਸੁਣਾਓ ਜੀ ਕੋਈ ਪਰਮੇਸ਼ਰ ਦੀ ਕਥਾ ਕਹਾਣੀ। ਜਦ ਦੋ ਮਨਮੁਖ ਮਿਲਦੇ ਆ, ਉਹ ਕਹਿੰਦੇ ਹੋਰ ਫਿਰ ਬਾਈ ਕੀ ਹਾਲ ਹੈ, ਕਿੰਨਾ ਕੁ ਪੈਸਾ ਪੂਸਾ ਜੋੜ ਲਿਆ, ਕਿੰਨੀ ਕਮਾਈ ਕਰ ਲਈ। इस करके मनमुख माया बारे पुछदा, गुरमुख परमेश्वर की गल करदा। ते शेख ब्रह्म ने भी बेनती की, आओ महाराज आओ, कोई परमेश्वर की गल सुनाओ। उस पति परमेश्वर नूं किवें पाया जावे,
ਤਾਂ ਜਦ ਪਤੀ ਦਾ ਸ਼ਬਦ ਆਇਆ ਤੇ ਧੰਨ ਗੁਰੂ ਨਾਨਕ ਦੇਵ ਜੀ ਨੇ ਇਹ ਸ਼ਬਦ ਨੂੰ ਇਸਤਰੀ ਰੂਪ ਦੇ ਵਿੱਚ ਹੀ ਉਚਾਰਨ ਕਰ ਲਿਆ, ਕਿਉਂਕਿ ਆਪਾਂ ਸਾਰੇ ਇਸਤਰੀਆਂ ਹਾਂ। ਨਰ ਮਾਦੇ ਦੇ ਜੋੜੇ ਬਣੇ ਆ ਦੁਨੀਆ ਨੂੰ ਭਰੀ ਰੱਖਣ ਵਾਸਤੇ। ਪਿਛਲੇ ਸਰੀਰ ਛੁੱਟ ਜਾਂਦੇ ਆ, ਨਵੇਂ ਆ ਜਾਂਦੇ ਆ। ਇਸ ਬਹਾਨੇ ਮਾਤ ਪਿਤਾ ਦੇ ਰਾਹੀਂ ਬਾਲ ਬੱਚੇ ਹੋ ਜਾਂਦੇ ਆ, ਫਿਰ ਅੱਗੇ ਚੱਲਦਾ ਕੰਮ। ਅਸਲ ਵਿੱਚ ਜੇ ਆਤਮਾ ਦੀ ਗੱਲ ਕਰੀਏ ਤੇ ਆਤਮਾ ਇਸਤਰੀ ਹੈ। ਪ੍ਰੀਤਮ ਦਾ ਬਚਨ ਹੈ, ਜਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਇਸ ਦੁਨੀਆ ਵਿੱਚ ਪੁਰਖ ਪਰਮੇਸ਼ਰ ਇੱਕੋ ਹੀ ਹੈ। ਉਹ ਪਰਮੇਸ਼ਰ, ਉਹ ਪੁਰਖ ਹੈ। ਆਪਾਂ ਸਾਰੇ ਇਸਤਰੀਆਂ ਹਾਂ। ਜਿਸ ਤਰ੍ਹਾਂ ਦੋ ਸਹੇਲੀਆਂ ਬੈਠ ਕੇ ਗੱਲਾਂ ਕਰਦੀਆਂ, ਇੱਕ ਵਿਆਹੀ ਹੋਵੇ ਤੇ ਦੂਸਰੀ ਨਾ ਵਿਆਹੀ ਹੋਵੇ, ਤੇ ਫਿਰ ਉਹ ਪਤੀ ਦੀਆਂ ਗੱਲਾਂ ਪੁੱਛਦੀ ਹੈ, ਕੁੜੇ ਤੇਰੇ ਪਤੀ ਦੀ ਗੱਲਬਾਤ ਸੁਣਾ ਕੋਈ। ਇਸੇ ਤਰ੍ਹਾਂ ਹੀ ਪਰਮੇਸ਼ਰ ਦੇ ਪਿਆਰੇ ਵੀ ਬੈਠ ਕੇ ਕਹਿੰਦੇ ਆ, ਪਤੀ ਪਰਮੇਸ਼ਰ ਦੀ ਗੱਲ ਸੁਣਾਓ ਕੋਈ। ਪਹਿਲਾਂ ਤਾਂ ਦੋਨੇ ਮਿਲਦੇ ਆ, ਆਪੋ ਆਪਣੇ ਧਰਮ ਮੁਤਾਬਕ ਸਤਿ ਸ੍ਰੀ ਅਕਾਲ, ਨਮਸਕਾਰ, ਫਤਿਹ ਜਾਂ ਸਲਾਮਾ ਅਲੈਕੁਮ ਹੁੰਦੀ ਆ। ਸੰਸਾਰੀ ਲੋਕ ਗੁਲਵੱਖੜੀ ਪਾ ਕੇ ਮਿਲਦੇ ਆ, ਅਲੱਗ ਅਲੱਗ ਮਿਲਣ ਦੇ ਢੰਗ ਹੈ। ਅੰਗਰੇਜ਼ ਲੋਕ ਇੱਕ ਦੂਜੇ ਨੂੰ ਗੁਲਵੱਖੜੀ ਪਾ ਕੇ ਮਿਲਦੇ ਆ। ਮੁਸਲਮਾਨ ਵੀ ਈਦ ਨਵਾਜ਼ ਕਰਦੇ ਆ। ਤਾਂ ਗੁਰੂ ਪਿਆਰਿਓ, ਉਸ ਵੇਲੇ ਇਹ ਵੀ ਇੱਕ ਦੂਜੇ ਨੂੰ ਬੜੇ ਖੁਸ਼ ਹੋ ਕੇ ਗੁਲਵੱਖੜੀ ਪਾ ਕੇ ਮਿਲਦੇ ਆ, ਪਿਆਰ ਨਾਲ ਮਿਲਦੇ ਆ। ਖੈਰ ਚਲੋ, ਮਿਲਣਾ ਚਾਹੀਏ। ਸਾਚ ਕਹੋ ਸੁਣ ਲਿਓ, ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਧੰਨ ਗੁਰੂ ਨਾਨਕ ਦੇਵ ਜੀ ਇਹ ਸ਼ਬਦ ਨੂੰ ਇਸੇ ਤਰ੍ਹਾਂ ਹੀ ਆਰੰਭ ਕਰਦੇ ਹਨ। ਕੀ ਬਖਸ਼ਿਸ਼ ਕਰਦੇ ਹਨ? ਸ੍ਰੀ ਰਾਗ ਮਹੱਲਾ ਪਹਿਲਾ, ਆਵੋ ਭੈਣੇ ਗਲ ਮਿਲੈ, ਅੰਕ ਸਹੇਲੜੀਆਂ। ਆਓ ਭੈਣੇ, ਸੰਤ ਸਰੂਪ ਭੈਣੇ। ਬਾਹਰੀ ਤੌਰ 'ਤੇ ਮਨੁੱਖ ਹੋਵੇ ਜਾਂ ਇਸਤਰੀ ਹੋਵੇ, ਅੰਦਰੂਨੀ ਤੌਰ 'ਤੇ ਆਤਮਾ ਕਰਕੇ ਅਸੀਂ ਸਾਰੇ ਆਤਮਾ ਕਰਕੇ ਇਸਤਰੀ ਹਾਂ। ਤੋ ਇੱਥੇ ਇਸਤਰੀ ਵਾਚਕ ਸ਼ਬਦ ਹੀ ਵਰਤੇ ਗਏ ਨੇ। ਸੂਫੀ ਫਕੀਰਾਂ ਦਾ ਕੁਝ ਉਚਾਰਨ ਇੱਦਾਂ ਨਹੀਂ ਹੁੰਦਾ। ਫਿਰ ਜਿਹੋ ਜਿਹੇ ਬੰਦੇ ਨਾਲ ਗੱਲ ਕਰਦੇ ਆ ਪਾਤਸ਼ਾਹ, ਉਹੋ ਜਿਹੀ ਗੱਲ ਕਰਦੇ ਆ। ਇਹ ਸੂਫੀ ਫਕੀਰ ਆ ਸ਼ੇਖ ਬ੍ਰਹਮ, ਬਾਬੇ ਸ਼ੇਖ ਫਰੀਦ ਦਾ ਚੇਲਾ, ਪੋਤਾ ਚੇਲਾ, ਤੀਜੇ ਜਾਂ ਚੌਥੇ ਥਾਂ 'ਤੇ ਹੁਣ। ਤਾਂ ਪਾਤਸ਼ਾਹ ਜੀ ਕਹਿੰਦੇ, ਆਓ ਭੈਣੇ ਗਲ ਮਿਲੇ, ਅੰਕ ਸਹੇਲਣੀਆਂ। ਆ ਭੈਣ, ਆਓ ਗੁਰਮੁਖੋ, ਪਹਿਲਾਂ ਤਾਂ ਪਿਆਰ ਦੇ ਨਾਲ ਮਿਲਣਾ ਕਰੀਏ। ਸੰਤ ਸਰੂਪ ਭੈਣੋ, ਆਓ ਇਕੱਠੇ ਬੈਠੀਏ, ਉਸ ਪਰਮੇਸ਼ਰ ਪਤੀ ਦੀਆਂ, ਪਰਮਾਤਮਾ ਦੀਆਂ ਗੱਲਾਂ ਕਰੀਏ। ਮਿਲ ਕੇ ਕਰੇ ਕਹਾਣੀਆਂ, ਸਮਰੱਥ ਕੰਤ ਕੀਆਂ। ਆਓ ਪਤੀ ਦੀਆਂ ਗੱਲਾਂ ਕਰੀਏ, ਕੰਤ ਦੀਆਂ ਗੱਲਾਂ ਕਰੀਏ। ਪਰ ਨਾਲ ਸ਼ਬਦ ਲਾ ਦਿੱਤਾ ਸਮਰੱਥ। ਤੇ ਸਮਰੱਥ ਦਾ ਮਤਲਬ ਹੈ ਇੱਕੋ ਹੀ, ਉਹ ਪਰਮੇਸ਼ਰ ਹੈ। ਬਾਕੀ ਸਾਰੇ ਅਸਮਰੱਥ ਹੈ। ਬਾਕੀ ਸਾਰੇ ਮੌਤ ਦੇ ਮੂਹਰੇ ਗੁਰੂ ਪਿਆਰੋ ਬੇਵਸ ਹਨ, ਅਸਮਰੱਥ ਹੈ, ਮੌਤ ਨੂੰ ਰੋਕ ਨਹੀਂ ਸਕਦੇ। ਜੇ ਸਮਰੱਥ ਹੈ ਤੇ ਕੇਵਲ ਇੱਕੋ ਪਰਿਪੂਰਨ ਪਰਮੇਸ਼ਰ ਪਰਮਾਤਮਾ ਹੈ। ਆਓ ਉਸ ਕੰਤ ਦੀਆਂ ਗੱਲਾਂ ਕਰੀਏ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਆਓ ਉਸ ਪਰਮੇਸ਼ਰ ਦੇ ਗੀਤ ਗਾਈਏ। ਗੀਤ ਗਾਉਂਦੀਆਂ ਬੀਬੀਆਂ ਵਿਆਹ ਦੇ ਵਿੱਚ, ਜੈ ਘਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਜਿਸ ਘਰ ਵਿੱਚ ਪਰਮੇਸ਼ਰ ਦੀ ਸਿਫਤ ਹੋ ਸਕਦੀ ਹੈ, ਕਰਨੀ ਚਾਹੀਦੀ ਹੈ। ਆ ਵਿਆਹ ਦੇ ਗੀਤ ਵਿਆਹ ਵਾਲੇ ਘਰੇ ਗਾਉਂਦੇ ਆ ਨਾ, ਬਾਕੀ ਘਰਾਂ ਥੋੜ੍ਹਾ ਗਾਉਂਦੇ ਆ। ਇਸੇ ਤਰ੍ਹਾਂ ਪਰਮੇਸ਼ਰ ਦੀ ਵਿਚਾਰ ਕੇਵਲ ਤੇ ਕੇਵਲ ਮਨੁੱਖਾ ਜਨਮ 'ਚ ਹੀ ਹੋ ਸਕਦੀ ਹੈ, ਹੋਰ ਨਹੀਂ ਕਿਤੇ ਹੋ ਸਕਦੀ। ਸੋਹਿਲਾ
बाबा जय कर कीर्ति आखिए करते का होए विचारो तित कर गावो सोहिला सिमरो सिरजनहारो तुम गावो मेरे निरभौ का सोहिला। गीत गाने आ परमेश्वर दे गाने आ, जिहड़ा डरदा नहीं, जिहड़ा समर्थ है, जिहड़ा निरभौ है, निर्वैर है, अकाल है, उहदे गीत गाओ। तुम गावो मैं निरभौ का सोहिला हाँ वारी जित सोहिला सदा सुख होए। पिछले ਸਮਿਆਂ ਵਿੱਚ जो 40-50 ਸਾਲ ਪਹਿਲਾਂ ਜਦੋਂ ਵਿਆਹਾਂ ਵਿੱਚ ਗੀਤ ਗਾਏ ਜਾਂਦੇ ਸੀ ਨਾ, ਉਹਨਾਂ ਗੀਤਾਂ ਵਿੱਚ ਬਾਬੇ ਨਾਨਕ ਦਾ, ਛੋਟੇ ਵੱਡੇ ਸਾਹਿਬਜ਼ਾਦਿਆਂ ਦਾ, ਗੁਰੂ ਸਾਹਿਬਾਂ ਦਾ ਨਾਮ ਲਿਆ ਜਾਂਦਾ ਸੀਗਾ। ਅੱਜ ਤਾਂ ਡੀਜੇ ਲਾ ਕੇ ਨੱਚ ਕੇ ਟਾਈਮ ਟਪਾ ਲੈਂਦੇ ਆ, ਗੀਤ ਕਿਸੇ ਨੂੰ ਗਾਉਣੇ ਨਹੀਂ ਆਉਂਦੇ। ਕਹੋ ਸਤਨਾਮ ਸ੍ਰੀ। ਤਾਂ ਬਾਬੇ ਨਾਨਕ ਨੂੰ ਯਾਦ ਕੀਤਾ ਜਾਂਦਾ, ਗੁਰੂਆਂ ਨੂੰ ਯਾਦ ਕੀਤਾ ਜਾਂਦਾ ਉਹਨਾਂ ਵਿਆਹਾਂ ਦੇ ਸਮੇਂ ਵੀ। ਤਾਂ ਮੇਰੇ ਪ੍ਰੀਤਮ ਜੀ ਕਹਿੰਦੇ ਗੀਤ ਗਾਉਣੇ ਆ, ਪਰ ਗਾਉਣੇ ਆ ਉਸ ਮਾਲਕ ਦੇ ਜੋ ਨਾ ਡਰਦਾ ਹੈ ਨਾ ਡਰਾਉਂਦਾ ਹੈ। ਤੁਮ ਗਾਵੋ ਮੈਂ ਨਿਰਭਉ ਕਾ ਸੋਹਿਲਾ ਹਾਂ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਓ। ਇਸੇ ਤਰ੍ਹਾਂ ਹੀ ਇਹ ਸ਼ਬਦ ਵੀ ਸ਼ੇਖ ਬ੍ਰਹਮ ਦੇ ਨਾਲ ਗੱਲਬਾਤ ਹੋਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਾਕ ਪੱਟਣ ਵਿੱਚ। ਤਾਂ ਪਾਤਸ਼ਾਹ ਜੀ ਨੇ ਫਿਰ ਸ਼ਬਦ ਉਚਾਰੇ ਆ। ਸ਼ੇਖ ਬ੍ਰਹਮ ਨੇ ਅੱਗੋਂ ਸਤਿਕਾਰ ਸਹਿਤ ਕਿਹਾ ਆਓ ਮਹਾਰਾਜ ਆਓ, ਚਰਨ ਪਾਓ। ਪਾਤਸ਼ਾਹ ਚਲੇ ਗਏ ਉਹਨਾਂ ਦੇ ਡੇਰੇ ਵਿੱਚ। ਕਹਿੰਦੇ ਆਓ ਬੈਠੋ, ਕੋਈ ਕੰਤ ਦੀਆਂ ਗੱਲਾਂ ਕਰੀਏ, ਪਤੀ ਦੀਆਂ, ਪਰਮੇਸ਼ਰ ਦੀਆਂ ਗੱਲਾਂ ਕਰੀਏ। ਕਹਿੰਦੇ ਆਓ ਫਿਰ ਆਓ, ਪਹਿਲਾਂ ਗਲੇ ਮਿਲੋ। ਕਿਉਂਕਿ ਜਦ ਗੁਰਮੁਖ ਮਿਲਦੇ ਆ, ਇੱਕੋ ਜੀ ਮੱਤ ਵਾਲੇ ਮਿਲਦੇ ਆ, ਉਹ ਗਲਵੱਕੜੀ ਪਾਉਂਦੇ ਆ। ਤੋ ਪਾਤਸ਼ਾਹ ਜੀ ਕਹਿੰਦੇ ਆਓ ਫਿਰ ਕਿਹਦੀਆਂ ਗੱਲਾਂ ਕਰੀਏ। ਮਿਲ ਕੇ ਕਰੇ ਕਹਾਣੀਆਂ ਸਮਰੱਥ ਕੰਤ ਕੀਆਂ। ਕਹਿੰਦੇ ਹਾਂ ਬੈਠੋ, ਉਹਦੀਆਂ ਗੱਲਾਂ ਕਰਦੇ ਆ। ਸਾਚੇ ਸਾਹਿਬ ਸਭ ਗੁਣ ਉਹ ਬਹੁਤ ਚੰਗਾ ਹੈ, ਬਹੁਤ ਚੰਗਾ ਹੈ। ਸਾਡਾ ਪਤੀ, ਸਾਡਾ ਪਰਮੇਸ਼ਰ, ਸਾਡਾ ਗੋਬਿੰਦ, ਸਾਡਾ ਨਾਨਕ ਗੁਰੂ ਗੋਬਿੰਦ ਸਿੰਘ ਅਕਾਲ ਪੁਰਖ ਬਹੁਤ ਚੰਗਾ ਹੈ, ਗੁਣਾਂ ਦਾ ਖਜ਼ਾਨਾ ਹੈ। ਇੱਕ ਅਸੀਂ ਨਿਮਾਣੀਆਂ ਜਿਹੜੀਆਂ ਔਗਣਾਂ ਦੀਆਂ ਭਰੀਆਂ ਫਿਰਦੀਆਂ। ਸਾਚੇ ਸਾਹਿਬ ਸਭ ਗੁਣ ਔਗਣ ਸਭ ਅਸਾਂ। ਇਹ ਉਸ ਦੀ ਗੱਲ ਕਰਨ ਦਾ, ਸ਼ੁਰੂ ਕਰਨ ਦਾ ਮਤਲਬ ਹੈ ਇਸ ਤਰ੍ਹਾਂ ਕਿ ਸਾਡੇ ਅੰਦਰ ਹੰਕਾਰ ਨਾ ਆਵੇ, ਨਿਮਰਤਾ ਸਹਿਤ ਉਹਦੀ ਗੱਲ ਕਰੀਏ। ਉਹ ਹੀ ਸਰਬ ਕਲਾ ਸਮਰੱਥ ਹੈ। ਤੂੰ ਦਰਿਆਓ ਦਾਨਾ ਬੀਨਾ, ਤੂੰ ਦਰਿਆ ਹੈ ਬੜਾ ਵੱਡਾ ਚੌੜਾ, ਔਰ ਮੈਂ ਮੱਛੀ ਦੀ ਨਿਆਈ ਹਾਂ। ਮੈਂ ਤੈਨੂੰ ਕਿਵੇਂ ਤਰ ਕੇ ਪਾਰ ਕਰ ਸਕਦੀ ਹਾਂ, ਕਿਵੇਂ ਤੇਰਾ ਅੰਤ ਪਾ ਸਕਦੀ ਹਾਂ। ਇਸੇ ਤਰ੍ਹਾਂ ਹੀ ਗੁਰੂ ਪਿਆਰਿਓ, ਬੇਅੰਤ ਬਚਨ ਬਾਣੀ ਦੇ ਵਿੱਚ ਇਸ ਤਰ੍ਹਾਂ ਦੇ ਹਨ ਕਿ ਮਨੁੱਖ ਦਾ ਹੰਕਾਰ ਨਾ ਵਧੇ, ਮਨੁੱਖ ਦੇ ਅੰਦਰ ਹੰਕਾਰ ਨਾ ਆਵੇ। ਗੱਲ ਕਰਦੇ ਹਾਂ ਤਾਂ ਉਸ ਹੰਕਾਰ ਤੋਂ ਬਚਣ ਵਾਸਤੇ ਹੀ ਗੱਲ ਆਰੰਭ ਕੀਤੀ ਬਾਬੇ ਨਾਨਕ ਜੀ ਨੇ। ਸਾਚੇ ਸਾਹਿਬ ਸਭ ਗੁਣ, ਉਸ ਪਿਆਰੇ ਪਤੀ ਅਕਾਲ ਪੁਰਖ ਵਿੱਚ ਸਾਰੇ ਗੁਣ ਹੀ ਗੁਣ ਹਨ। ਉਹ ਗੁਣਾਂ ਦਾ ਖਜ਼ਾਨਾ ਹੈ, ਗੁਣਾਂ ਦਾ ਭਰਿਆ ਹੋਇਆ ਹੈ। ਉਹ ਗੁਣਾਂ ਦਾ ਖਜ਼ਾਨਾ ਹੈ, ਗੁਣਾਂ ਦਾ ਭਰਿਆ ਹੋਇਆ। ਕਿਆ ਦੱਸਾਂ ਆਓ ਉਸ ਸਮਰੱਥ ਦੀਆਂ ਗੱਲਾਂ ਕਰੀਏ, ਜਿਸ ਦੀਆਂ ਗੱਲਾਂ ਕਰਨ ਤੋਂ ਬਾਅਦ ਕੋਈ ਗੱਲ ਬਾਕੀ ਨਹੀਂ ਰਹਿ ਜਾਂਦੀ। ਜਿਸ ਨੇ ਪਰਮੇਸ਼ਰ ਦੇ ਨਾਲ ਜੁੜਨਾ ਕੀਤਾ, ਉਸ ਤੋਂ ਬਾਅਦ ਕੁਝ ਬਾਕੀ ਨਹੀਂ ਰਹਿ ਜਾਂਦਾ। ਪਰ ਮਨਮੁਖ ਦਾ ਸੁਭਾਅ ਹੈ ਕਿ ਮੈਂ ਸਭ ਤੋਂ ਚੰਗਾ ਹਾਂ, ਹੋਰ ਸਭ ਮਾੜੇ ਹਨ, ਮੇਰੇ ਵਰਗਾ ਕੋਈ ਨਹੀਂ, ਮੈਂ ਬਹੁਤ ਚੰਗਾ ਹਾਂ। ਇਹ ਮਨਮੁਖ ਦਾ ਸੁਭਾਅ ਹੈ।
ਤੇ ਗੁਰਮੁਖ ਦਾ ਸੁਭਾਅ ਹੈ ਅਸੀਂ ਨਿਮਾਣੇ ਨਿਤਾਣੇ। ਤੂੰ ਸਾਨੂੰ ਸੰਭਾਲਣ ਵਾਲਾ ਸਾਡੀ ਅੰਦਰ ਤਾਂ ਮਹਾਰਾਜ ਇਹੋ ਜਿਹਾ ਸੁਭਾਅ ਬਣ ਚੁੱਕਿਆ ਹੈ। ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੂਟਿਓ ਦੇਵਾ। ਮਾਲਕਾ ਸੰਤਾ ਵਿਕਾਰੀ ਦੱਬੀ ਫਿਰਦੇ ਆ, ਪਰ ਨਿੰਦਾ ਮੁਖ ਤੇ ਨਹੀਂ ਛੂਟੀ, ਨੇਫਲ ਭਈ ਸਭ ਸੇਵਾ। ਸਾਡੀ ਸੇਵਾ ਸਿਮਰਨ ਵੀ ਕਿਵੇਂ ਪ੍ਰਵਾਨ ਹੋਵੇ? ਅਸੀਂ ਤਾਂ ਦੂਜਿਆਂ ਦੀ ਨਿੰਦਿਆ ਤੇ ਈਰਖਾ ਕਰਦੇ ਹਾਂ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਆਓ ਉਸ ਗੁਣਾਂ ਦੇ ਖਜ਼ਾਨੇ ਨੂੰ ਸਿਮਰੀਏ, ਕਿਉਂਕਿ ਜੇ ਗੁਣਾਂ ਵਾਲੇ ਨੂੰ ਯਾਦ ਕਰਾਂਗੇ ਤੇ ਉਹ ਗੁਣ ਸਾਡੇ ਵਿੱਚ ਵੀ ਆ ਜਾਣਗੇ। ਜੈਸੀ ਸੰਗਤ ਵੈਸੀ ਰੰਗਤ। ਜਿਹੋ ਜਿਹਾ ਬੋਲਾਂਗੇ, ਜਿਹੋ ਜਿਹੇ ਖਿਆਲ ਕਰਾਂਗੇ, ਜਿਹੋ ਜਿਹੀ ਸੋਚ ਰੱਖਾਂਗੇ, ਅਸੀਂ ਉਹੇ ਜਿਹੇ ਹੋ ਜਾਵਾਂਗੇ। ਜੈਸਾ ਵੇਖੈ ਤੈਸਾ ਵੇਖ। ਜਿਹੋ ਜਿਹੇ ਦਰਸ਼ਨ ਕਰਾਂਗੇ ਅਸੀਂ ਵੀ ਉਹੇ ਜਿਹੇ ਹੋ ਜਾਵਾਂਗੇ। ਇਸ ਕਰਕੇ ਕਿਉਂ ਨਾ ਫਿਰ ਚੰਗੇ ਦਰਸ਼ਨ ਕਰੀਏ, ਉਸ ਮਾਲਕ ਦੇ ਦਰਸ਼ਨ ਕਰੀਏ, ਉਸ ਮਾਲਕ ਨਾਲ ਜੁੜੀਏ, ਉਹਦੀ ਸਿਫਤ ਸਲਾਹ ਕਰੀਏ। ਗੁਣਾ ਕ ਹੋਵੇ ਵਾਸਲਾ ਕੱਢ ਵਾਸ ਲੀਜੈ, ਜੇ ਗੁਣ ਹੋਵਨ ਸਾਜਨਾ ਮਿਲ ਸਾਂਝ ਕਰੀਜੈ। ਉਹ ਗੁਣਾਂ ਦੇ ਖਜ਼ਾਨੇ ਸੱਜਣ ਦੇ ਨਾਲ ਕਿਉਂ ਨਾ ਸਾਂਝ ਪਾਈਏ, ਜਿੱਥੋਂ ਸਾਨੂੰ ਗੁਣ ਪ੍ਰਾਪਤ ਹੋ ਜਾਣ, ਸਾਡੀ ਔਗਣ ਖਤਮ ਹੋ ਜਾਣ। ਜਿਵੇਂ ਕਿਸੇ ਗੰਦੇ ਪਾਣੀ ਦੀ ਭਰੀ ਬਾਲਟੀ ਵਿੱਚ ਚੰਗੇ ਪਾਣੀ ਟੂਟੀ ਛੱਡ ਦਿਓ ਤੇ ਹੌਲੀ ਹੌਲੀ ਉਹ ਸਾਰਾ ਗੰਦਾ ਪਾਣੀ ਬਾਹਰ ਨਿਕਲ ਜਾਂਦਾ ਤੇ ਬਾਲਟੀ ਸਾਫ਼ ਪਾਣੀ ਦੀ ਭਰ ਜਾਂਦੀ ਆ। ਇਸੇ ਤਰ੍ਹਾਂ ਹੀ ਜਿਵੇਂ ਜਿਵੇਂ ਸੰਗਤ ਕਰਾਂਗੇ ਤੇ ਪਾਤਸ਼ਾਹ ਜੀ ਕਹਿੰਦੇ ਰੰਗ ਲਾਗਤ 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 ਹੈ, ਭਉ ਭਾਗਤ 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 ਹੈ। ਇਸ ਤਰ੍ਹਾਂ ਰੰਗ ਲੱਗਦਿਆਂ ਇੱਕ ਦਿਨ ਇਸ ਨੂੰ ਰੰਗ ਲੱਗ ਜਾਂਦਾ ਤੇ ਇਹ ਨਿਰਭਉ ਤੇ ਨਿਰਵੈਰ ਹੋ ਜਾਂਦਾ। ਮੇਰੇ ਪ੍ਰੀਤਮ ਜੀ ਕਹਿੰਦੇ ਕਰਤਾ ਸਭ ਕੋ ਤੇਰੇ ਜੋਰ, ਮਾਲਕਾ ਸਾਰੀ ਤੇਰੀ ਹੀ ਤਾਕਤ ਕੰਮ ਕਰ ਰਹੀ ਹੈ। ਤੂੰ ਹੀ ਨਿਮਾਣਿਆਂ ਦਾ ਮਾਣ ਹੈ, ਤੂੰ ਹੀ ਨਿਤਾਣਿਆਂ ਦਾ ਤਾਣ ਹੈ। ਇਉਂ ਬੇਨਤੀ ਕਰੀਏ, ਜੋ ਸਾਡੀ ਅੰਦਰ ਤਾਕਤ ਆ ਉਹ ਤੇਰੀ ਕਿਰਪਾ ਨਾਲ ਹੀ ਕੰਮ ਚੱਲ ਰਿਹਾ ਹੈ। ਜਿਸ ਤਰ੍ਹਾਂ 10ਵੇਂ ਪਾਤਸ਼ਾਹ ਜੀ ਦੇ ਬਚਨ ਹਨ, ਜਿਨ੍ਹਾਂ ਦੀ ਬਹੁਤ ਜ਼ਿਆਦਾ ਤਪੱਸਿਆ ਹੈ। ਇਤਿਹਾਸ ਦੱਸਦਾ ਹੈ ਕਿ 3.5 ਯੁੱਗ ਤਪੱਸਿਆ ਦੁਸ਼ਟ ਦਮਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਹੈ। ਪਰ ਫਿਰ ਵੀ ਦੇਖੋ ਪਰਮੇਸ਼ਰ ਦੇ ਸਾਹਮਣੇ ਕਿਵੇਂ ਬੇਨਤੀ ਕਰਦੇ ਆ। ਕਹਿੰਦੇ ਹੇਮਕੁੰਟ ਪਰਬਤ ਹੈ ਜਹਾਂ ਸਪਤ ਸ੍ਰਿੰਗ ਸ਼ੋਭਤ ਹੈ, ਤਹਾਂ ਤੈ ਹਮ ਅਦਕ ਤਪੱਸਿਆ ਸਾਧੀ, ਮਹਾਕਾਲ ਕਾਲ ਕਾ ਅਰਾਧੀ। ਉੱਥੇ ਬੈਠ ਕੇ ਮੈਂ ਬੜੀ ਤਪੱਸਿਆ ਕੀਤੀ, ਉਸ ਕਾਲ ਪੁਰਖ ਦੀ ਅਰਾਧਨਾ ਕੀਤੀ ਜੋ ਕਾਲ ਦਾ ਕਾਲ ਹੈ। ਮਹਾਕਾਲ ਮਹਾਕਾਲ ਕਾਲ ਕਾ, ਕਾਲ ਦਾ ਕਾਲ ਮਹਾਕਾਲ ਅਕਾਲ ਪੁਰਖ ਦੀ ਅਰਾਧਨਾ ਕੀਤੀ। ਕਰਤ ਤਪੱਸਿਆ ਜਵਹਾਂ ਭਇਓ ਦਵੈ ਤੇ ਰੂਪ, ਏਕ ਰੂਪ ਹੋਏ ਗਇਓ। ਤੇ ਤਪੱਸਿਆ ਕਰਦਾ ਕਰਦਾ ਮੈਂ ਉਹਦੇ ਨਾਲ ਇੱਕਮਿਕ ਹੋ ਗਿਆ ਔਰ ਉਸ ਅਵਸਥਾ ਨੂੰ ਮੇਰਾ ਛੱਡਣ ਨੂੰ ਜੀ ਨਹੀਂ ਸੀ ਕਰਦਾ। ਸਿਮਰਨ ਦੀ ਅਵਸਥਾ ਚੇਤਨਾ ਭਇਓ ਹਮਰੋ ਆਵਨ ਕਹਿ, ਚੁਭੀ ਰਹੀ ਸੁਰਤ ਪ੍ਰਭ ਚਰਨਨ ਮਹਿ। ਮੇਰਾ ਚਿੱਤ ਨਹੀਂ ਸੀ ਕਰਦਾ ਉਹ ਅਵਸਥਾ ਛੱਡਣ ਨੂੰ, ਪਰ ਉੱਥੋਂ ਮੈਨੂੰ ਪਰਮੇਸ਼ਰ ਨੇ ਸੱਦ ਲਿਆ। ਜਿਮ ਤਿਮ ਕਹਿ ਕੇ ਪ੍ਰਮੋਹ ਸਮਝਾਇਓ, ਇਮ ਕਹਿ ਕੇ ਇਹ ਲੋਕ ਪਠਾਇਓ। ਮੈਨੂੰ ਮਾਲਕ ਨੇ ਸੱਦ ਲਿਆ, ਫਿਰ ਉਸ ਪਿਆਰੇ ਦੀ ਗੱਲ ਮੰਨਣੀ ਪਈ। ਮੈਂ ਗਿਆ ਤੇ ਮੈਨੂੰ ਕਹਿੰਦੇ ਸੰਸਾਰ ਵਿੱਚ ਜਾਓ, ਬੜਾ ਪਾਪ ਵੱਧ ਚੁੱਕਿਆ, ਉਸ ਨੂੰ ਖਤਮ ਕਰੋ, ਧਰਮ ਦਾ ਪ੍ਰਚਾਰ ਕਰੋ ਤੇ ਕਾਇਮ ਕਰੋ ਧਰਮ ਨੂੰ, ਦੁਸ਼ਟਾਂ ਦੋਖੀਆਂ ਦਾ ਖਾਤਮਾ ਕਰੋ। ਤੇ ਅੱਗੋਂ ਗੁਰੂ ਗੋਬਿੰਦ ਸਿੰਘ ਜੀ ਨੇ ਇੱਕਦਮ ਇਹ ਨਹੀਂ ਕਿਹਾ ਠੀਕ ਹੈ ਜੀ ਮੈਂ ਜਾਨਾ ਕਰਦਾ ਦੇਖਦਾ। ਉਹਨਾਂ ਨੇ ਅੱਗੋਂ ਕਿਹਾ ਕਿ ਮੈਂ ਬੇਨਤੀ ਕੀਤੀ ਮਹਾਰਾਜ ਇਹ ਕੰਮ ਮੈਥੋਂ ਇਕੱਲੇ ਤੋਂ ਨਹੀਂ ਹੋਣਾ। ਕਹੋ ਸਤਨਾਮ ਸ੍ਰੀ।
ठाड़ भयो मैं जोर कर बचन कहा सिर न्याय। पंथ चले तब जगत में जब तुम करो सहाय। महाराज तुहाडी किरपा तो बगैर ये काम नहीं हो सकता। धर्म नूं कायम करना ये तुहाडी ताकत नाल ही हो सकता है। मेरे सिर ते तुहाडा हथ होना चाहिए। इस करके धन गुरु नानक देव जी इत्थे भी यही गल कहंदे आ, करता सब को तेरा जोर। ये जो चल रहे है सब तेरी मर्जी नाल चल रहे है, तेरे जोर नाल हो रहे है। जो हो रहा है इन्हां सारिआं नूं परमार्थ संसारक जो ज्ञान देन वाला है वो तू है। संसार नूं चलाउण वाला तू है, अध्यात्मक दा ज्ञान देन वाला तू है। करता सबको तेरा जोर। विचारा करते करते धन गुरु नानक देव जी परमेश्वर नाल जुड़ जाते हैं। तो शेख ब्रह्म कहंदा कोई होर गल सुनाओ। कहंदे होर गल नहीं करनी, एक शब्द विचारी है, एक परमेश्वर दी विचार कर लीए। जद परमेश्वर नूं पा लिया तो कुछ बाकी पाउणा रह नहीं जाता। को सतनाम श्री एक शब्द विचारीए जां तू तां क्या होर, तां होर क्या करना जद ओह एक मिल जावे। इक्का बाणी एक गुर, इक्को शब्द विचार जब सतगुरु बोलणगे तां एक दी गल करदे आ, एक नाल जुड़न दी गल करदे आ, एक दी आराधना दी गल करदे आ, एक नाल जोड़न की गल करते हैं। इस करके पातशाह कहते आओ उस एक दे नाल जुड़ना करिए। वाहिगुरू 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 वाहिगुरू। एक शब्द विचारिए जां तू तां क्या होर रहाओ। तां शेख ब्रह्म पुछदा महाराज तुसी ऐसे परमेश्वर नूं किवें पाया, कुछ सानू भी रस्ता दसो। पातशाह कहने पुछो गुरमुखा नूं, जाए पुछो सुहागणी, तुसी राविया किन्नी गुणी। सुहागन इस्त्री वो है जिसका पति प्राप्त हो गया, जिसनों ते जीव वो सुहागन है जिहड़ा गुरु वाला बन गया। काया कामन सदा सुहेली, फिर वसै जिस नाले। काया बाडी साडी देही शरीर ते कामन इस्त्री। इस्त्री भी वो सुखी है जिहड़ी अपने मालक दे नाल पति नाल वसदी है, ते काया वो सुखी है जिहड़ी अपने मालक नाल वसदी है। ते काया दा मालक है शब्द। एक शब्द विचारीए जां तू तां क्या होर। शरीर दा मालक है शब्द। इस करके पातशाह जी कहने आओ उस मालक दे नाल जुड़ना करिए। काया कामन सदा सुहेली, फिर वसै जिस नाले। फिर साचे ते सदा सुहागन, गुर का शब्द संभाले। सुहागन बनाया किने? गुरु दे शब्दां ने। गुरु ने सुहागन बनाई। ये जीव आत्मा जीव स्त्री, पर सुहागन ये पति करके है कि इन्हू पति प्राप्त हो गया। तो गुरु ने सानू शब्द दिता। विचोले ने दो परिवारों का मिलाप किया, गुरु ने सानू शब्द दिता।
ਤਾਂ ਇਹ ਦੋਨੇ ਜਣੀਆਂ ਤਾਂ ਹੀ ਸੁਖੀਆਂ ਜੀ ਆਪਣੇ ਮਾਲਕ ਨਾਲ ਵਸਦੀਆਂ। ਪਾਤਸ਼ਾਹ ਜੀ ਕਹਿੰਦੇ ਫਿਰ ਸੱਚੇ ਤੇ ਸਦਾ ਸੁਹਾਗਣ ਗੁਰ ਕਾ ਸ਼ਬਦ ਸਮਾਲੇ। ਸਤਿਗੁਰੂ ਪਾਤਸ਼ਾਹ ਜੀ ਅੱਗੇ ਬਖਸ਼ਿਸ਼ ਕਰਦੇ ਹਨ, ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ। ਆਓ ਉਹਨਾਂ ਸੁਹਾਗਣ ਇਸਤਰੀਆਂ ਨੂੰ ਪੁੱਛੀਏ ਵੀ ਤੁਸੀਂ ਮਾਲਕ ਨੂੰ ਕਿਵੇਂ ਪਾ ਲਿਆ, ਤੁਸੀਂ ਕਿਹੜੇ ਗੁਣ ਪੈਦਾ ਕੀਤੇ ਆਪਣੇ ਅੰਦਰ, ਕਿਹੜਾ ਗਿਆਨ ਪੈਦਾ ਕੀਤਾ ਜਿਸ ਦੇ ਨਾਲ ਤੁਸੀਂ ਮਾਲਕ ਦੀ ਪ੍ਰਾਪਤੀ ਕਰ ਲਈ। ਤੇ ਅੱਗੋਂ ਧੰਨ ਗੁਰੂ ਨਾਨਕ ਦੇਵ ਜੀ ਸ਼ੇਖ ਬ੍ਰਹਮ ਨੂੰ ਜਵਾਬ ਦਿੰਦੇ ਨੇ, ਸਹਿਜ ਸੰਤੋਖ ਸ਼ਿੰਗਾਰੀਆ ਮਿੱਠਾ ਬੋਲਣੀ। ਸੁਹਾਗਣਾ ਨੇ ਮਾਲਕ ਨੂੰ ਖੁਸ਼ ਕੀਤਾ ਹੈ, ਸਹਿਜ ਵਿੱਚ ਰਹਿ ਕੇ, ਸੰਤੋਖ ਵਿੱਚ ਰਹਿ ਕੇ ਇਹ ਸ਼ਿੰਗਾਰ ਕੀਤਾ। ਇਸਤਰੀ ਨੇ ਪਤੀ ਨੂੰ ਖੁਸ਼ ਕਰਨ ਵਾਸਤੇ ਸ਼ਿੰਗਾਰ ਕੀਤਾ। ਇੱਕ ਬੱਚੀ ਜਿੰਨਾ ਚਿਰ ਆਪਣੇ ਮਾਤਾ ਪਿਤਾ ਕੋਲ ਆ ਕਦੇ ਸ਼ਿੰਗਾਰ ਨਹੀਂ ਕਰਦੀ ਉਹਨਾਂ ਜਿੰਨਾ ਉਹ ਸ਼ਾਦੀ ਵੇਲੇ ਕੀਤਾ ਜਾਂਦਾ। ਤਰ੍ਹਾਂ ਤਰ੍ਹਾਂ ਦੇ ਗਹਿਣੇ ਸਜਾਏ ਜਾਂਦੇ, ਲਾਲ ਰੰਗ ਦੇ ਵਸਤਰ ਪਹਿਨਾਏ ਜਾਂਦੇ, ਕਿਉਂਕਿ ਹੁਣ ਉਸ ਨੂੰ ਪਤੀ ਪ੍ਰਾਪਤ ਹੋਣ ਦੀ ਉਮੀਦ ਵੱਧ ਗਈ ਹੈ ਔਰ ਉਹਨੇ ਸ਼ਿੰਗਾਰ ਕਰ ਲਿਆ ਹੈ। ਤੇ ਸਾਡੀ ਜੀਵ ਆਤਮਾ ਦੇ ਭਾਵ ਇਸ ਮਨੁੱਖ ਨੇ, ਇਸ ਇਸਤਰੀ ਨੇ ਮਾਲਕ ਨੂੰ ਪਾਉਣ ਲਈ ਜਿਹੜਾ ਸ਼ਿੰਗਾਰ ਕਰਨਾ ਉਹ ਗਹਿਣਿਆਂ ਦਾ ਨਹੀਂ, ਉਹ ਹੈ ਸਹਿਜ ਅਵਸਥਾ ਦਾ, ਨਿਜ ਸਰੂਪ ਨਾਲ ਜੁੜਨਾ, ਆਪਣੇ ਆਪੇ ਨਾਲ ਜੁੜਨਾ, ਆਪਣੇ ਸਵਾਸਾਂ ਦਾ ਧਿਆਨ ਧਰਦੇ ਹੋਏ ਗੁਰੂ ਦੇ ਬਖਸ਼ੇ ਸ਼ਬਦ ਦਾ ਉਚਾਰਨ ਕਰਨਾ। ਸਹਿਜ ਸੰਤੋਖ ਸ਼ਿੰਗਾਰੀਆ ਮਿੱਠਾ ਬੋਲਣੀ। ਸਾਨੂੰ ਉਸ ਦੇ ਨਾਲ ਮਿਲਣ ਵਾਸਤੇ ਲੋੜ ਹੈ ਸਹਿਜ ਅਵਸਥਾ ਵਿੱਚ ਰਹਿਣ ਦੀ, ਸਬਰ ਸੰਤੋਖ ਰੱਖਣ ਦੀ, ਕਿਉਂਕਿ ਉਹਦਾ ਸੁਭਾਅ ਵੀ ਐਸਾ ਹੀ ਹੈ। ਜਿੰਨਾ ਚਿਰ ਸਾਡਾ ਸੁਭਾਅ ਸਾਡੇ ਪਤੀ ਵਰਗਾ, ਮਾਲਕ ਵਰਗਾ ਨਹੀਂ ਬਣਦਾ, ਉਨੀ ਚਿਰ ਅਸੀਂ ਉਹਦੇ ਨਾਲ ਵਸ ਨਹੀਂ ਸਕਦੀਆਂ। ਤੇ ਸਾਡੇ ਮਾਲਕ ਦਾ, ਸਾਡੇ ਪਤੀ ਦਾ ਸੁਭਾਅ ਕੈਸਾ? ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਹਉ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌਰਾ। ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨੈ ਔਗਣ ਕੋ ਨਾ ਚਿਤਾਰੇ। ਜਿਹੜਾ ਸਾਡਾ ਪਤੀ ਪਰਮੇਸ਼ਰ ਹੈ ਉਹ ਇੱਦਾਂ ਦਾ ਸੁਭਾਅ ਰੱਖਦਾ ਹੈ ਤੇ ਸਾਨੂੰ ਵੀ ਉੱਦਾਂ ਦਾ ਸੁਭਾਅ ਬਣਾਉਣਾ ਪੈਣਾ। ਫਿਰ ਆਪਣੇ ਮਾਲਕ ਵਰਗਾ ਸੁਭਾਅ ਸਾਨੂੰ ਬੁਲਾਉਣਾ ਪੈਣਾ, ਫਿਰ ਹੀ ਅਸੀਂ ਉਹਦੇ ਨਾਲ ਵਸ ਸਕਦੇ ਹਾਂ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਮਿੱਠਾ ਬੋਲਣਾ, ਨਿਮਰਤਾ ਰੱਖਣੀ, ਚੰਗੇ ਗੁਣ ਗ੍ਰਹਿਣ ਕਰਨੇ, ਇਹੀ ਮਾਨਸ ਜਾਮੇ ਦਾ ਤੱਤ ਹੈ, ਨਿਚੋੜ ਹੈ। ਜੇ ਇਹੋ ਜਿਹਾ ਬਣ ਗਿਆ ਫਿਰ ਤੂੰ ਉਸ ਮਿੱਠ ਬੋਲੜੇ ਵਿੱਚ ਮਿਲ ਸਕਦਾ ਹੈ ਜਿਸ ਦੇ ਬਾਰੇ ਗੁਰੂ ਨੇ ਦੱਸਿਆ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਹੋ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌਰਾ। ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨੈ ਔਗਣ ਕੋ ਨਾ ਚਿਤਾਰੈ। ਨਾ ਉਹ ਖੁਦ ਕੌੜਾ ਬੋਲਦਾ ਤੇ ਨਾ ਕਿਸੇ ਦੇ ਔਗਣ ਦੇਖਦਾ। ਸ਼ੇਖ ਬ੍ਰਹਮ ਪੁੱਛਦਾ, ਮਹਾਰਾਜ ਤੁਸੀਂ ਉਹਨੂੰ ਕਿਵੇਂ ਪਾਇਆ? ਤੇ ਪਾਤਸ਼ਾਹ ਜੀ ਕਹਿੰਦੇ, ਸਹਿਜ ਸੰਤੋਖ ਸ਼ਿੰਗਾਰੀਆ ਮਿੱਠਾ ਬੋਲਣੀ। ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ। ਆਪਾਂ ਰੱਬ ਦੇ ਪਿਆਰਿਆਂ ਨੂੰ ਪੁੱਛੀਏ ਵੀ ਤੁਸੀਂ ਉਹਨੂੰ ਕਿਵੇਂ ਪਾਇਆ। ਇੱਕ ਬਚਨ ਹੋਰ ਹੈ ਐਸਾ ਹੀ, ਉੱਚ ਵੀ ਲਿਖਿਆ, ਸੁਣ ਯਾਰ ਹਮਾਰੇ ਸੱਜਣੇ ਕਰੋ ਬੇਨੰਤੀ ਆ। ਯਾਰ, ਸਹੇਲੀ, ਇਹ ਸ਼ਬਦ ਦੋ ਇੱਕੋ ਜਿਹੇ ਮਨੁੱਖਾਂ ਦੇ ਹੈ। ਇੱਥੇ ਇਸਤਰੀ ਲਿੰਗ ਸ਼ਬਦ ਵਰਤੇ ਗਏ ਹੈ। ਆਵੋ ਭੈਣੇ ਅੰਕ ਮਿਲੇ ਆ ਭੈਣੇ,
गलवकड़ी पाईए, दो इस्त्रियाँ दो सहेलियाँ लंबे समय तो विछड़ियाँ मिलदियाँ ते गले ला के मिलदियाँ, अपने मालवे का यह चलन है। आवो भैने गल मिलै अंक सहेलड़ियाँ, दो गुरमुख भी जद मिलते हैं तो एक दूजे नूं गले ला के मिलते हैं। फिर मिल के करे कहानियाँ समरथ कंत कीਆਂ, फिर इकट्ठे बैठ के उस मालक दीयां गल्लां करदे ने। और ये शब्द उचारिया गया बाबे शेख फरीद दे डेरे पाकपट्टन में शेख ब्रह्म नाल गल करते हुए धन गुरु नानक देव जी वालों। सुन यार हमारे सज्जन करो बेनती आ, की बेनती करदा, तिस मोहन लाल प्यारे हो फिरों खुजंतिया। मैं उस मोहन नूं, उस लाल नूं, उस प्यारे नूं, लाल मतलब जिहड़ा बड़ा कीमती है, जिहदी कीमती कोई नहीं, सब कीमत मिल कीमत पाई। ज्ञानी ध्यानी गुर गुर हाई, कह न जाई तेरी तिल वड़ियाई। जिसकी कीमत कोई नहीं, बेशकीमती, इस करके उन्होंने लाल भी कह दिओ तो कोई अत कथनी नहीं। भाई मरदाने नूं लाल बेचण वास्ते भेजिया, जिन्होंने उहदा ज्ञान नहीं सी, वो कहंदे की है मनका जा साडे तां काम दा नहीं भाई, बाला करदा 3 पैसे लै जा। मरदाना कहंदा लाल आए है, कहंदे असीं नहीं जानदे की है। मठियाई वाला कहंदा बसेरी मठियाई दे दिन्ने आ। राशन वाला कहंदा कोई राशन लै जा 2-4 किलो भाई, साडे काम दा तां है नहीं, ये मैं अपने तकड़ी दे बोदे ते बन लूँगा, सोहना लगूगा। कहंदे बोदे ते बनन वाला नहीं हैगा, ये बहुत कीमती है। बाजार च गेड़ा दे के भाई मरदाना जी वापस आ गए। ते फिर पूछते आ महाराज जी का किन्ना क मुल है। बाबा जी कहते मैनू की पता, क्योंकि परमेश्वर नूं बेअंत कहा ना, गल परमेश्वर ही दसनी अगे चल के। कहने मैनू नहीं पता किन्ने दा है, तू किसी जौहरी नूं पुछ के आ। किहड़े जौहरी कोले जावां? कहने सालसरा जौहरी कोल जा। सालसरा जौहरी कोल गए तो वह वेख के कहना वाह वाह, ऐसा तो लाल ही कदे नहीं वेखिया। उत्ते लिखिया जेड़ा भी जौहरी इस नूं वेखे इस दी दर्शनी भेटा 125 रुपया देवे चांदी दा। ते सालसरा जौहरी ईमानदार बंदा सी, कढ़ के 125 दी थैली मूहरे धरती। कहने मित्रा आ तो यदी दर्शनी भेट है, तो बाकी तू दस किन्ने लेने हैं। मरदाना कहना मैनू मुल दा नहीं पता, जिन्ने दा हैगा उन्ने दे। वो कहना मैनू नहीं पता। इसे जदोजहद दे विच अखीर सालसराए बाबे नानक दे कोल पहुँच गए। ते पुछदा महाराज ये लाल एडा कीमती कित्थों लिया तुसी? अज पहली बार जिंदगी च वेख्या ऐसा लाल मैं तुहाडी किरपा नाल। बाबा जी कहते वो तू एवें जोरी बनया फिरदा, तैनूं इहदे मुल दा नहीं पता? कहना जी नहीं। कहे तू कहने पत्थरां दा मुल नहीं पाउणा, कदे आत्मा दा मुल पाया, कदे अपने आप नूं जाणिया। ये लाल नहीं, ये तेरी अपनी आत्मा है। सुन सालस तो जौहरी अपना लाल पछाण, कूड़े पत्थर ना गंढ बन, लीजै भले सियाण। कंकर पत्थर मेल के नाम धरायो शाह, वड्डा जौहरी बनिया फिरदा है। अपने आपे दी कदे पछाण कीती है, मन जीते जग जीत वाली गल। तो मेरे प्रीतम जी कहंदे मैं उस लाल नूं पाउणा चाहुंदी आ, कुड़े तू मैनू दस दे तू किवें पाया? क्योंकि स्त्रीलिंग शब्द वरते आपां फिर ओवें विचार करांगे। सुन यार हमारे सज्जन करो बेनंतिया, तिस मोहन लाल प्यारे हो फिरों खुजंतिया। तिस 10 प्यारे कहने दस दूंगा, फिर देवेगा की? कहो सतनाम दर्शनी भेटा। क्योंकि लै दिते बिन रहे ना कोई, लैन देन तो करना पैना। गुरु भी किसी नूं अपना सेवक बनाउंदा है, ते कुछ लैंदा कुछ दिंदा है।
कहने दस दूंगा, फिर तू भेटा की देवेंगा? कहने की देवां, मेरा सिर ला लियो। कहने गल सही है। तन मन धन सब सौंप गुर को, हुक्म मन्निया पाई है। तिस दस प्यारे सिर धरी उतारे, एक भोरी दर्शन दीजै। मनुखा जीवन का मकसद मालक नूं मिलना है। जे एक बारी उहदे नाल मिलाप हो जाए, फिर यह शरीर तुहाडे काम दा, मेरे काम दा नहीं। फिर तो कराउणा की है? बस जिहड़ा काम है शरीर का, वह पूरा हो गया। महाराज किरपा करो, मैनूं दर्शन करवा दिओ। हुण तुसीं किवें पाया? किहड़ा श्रृंगार कीता? वो अगों मिली हुई रूह जिहड़ी परमेश्वर नाल एकमिक हुई भी है, वो की कहंदी आ? कहंदी मैं कोई श्रृंगार नहीं कीता। फिर कहंदी मैनू तो पता नहीं उसने किवें प्रवान कर लिया। बस आखिरी पंक्तियां विच चौथे पदे विच पातशाह जी बख्शिश कर दिया उस शब्द विच, कह लगे तू किवें पाया? यार वे नित सुख सुखेंदी सामै पाई। मैं तो रोज याद करदी सी, सुखां सुखदी सी कि मैनू वो मिल जावे। कहंदी फिर तू किहड़ा श्रृंगार कीता? यार वे तै राविया लालन मूँह दस दसंदा। तू लाल नू पाया, परमेश्वर नू पाया, मालक नू पाया, मैनू भी दस दे तू किहड़ा श्रृंगार करके उन्होंने खुश कर लिया। फिर सतगुरु पातशाह जवाब कह दिंदे न, लालन ते पाया आप गवाया, सहज संतोख श्रृंगारिया मिठा बोलनी। अपना हंकार खत्म करके सबर संतोख सहज अवस्था नूं धारण किया, निमरता विच आउणा किया, मिठा बोलना किया। लालन ते पाया आप गवाया, जै तन भाग मथाने। कुछ मत्थे दे भाग वड्डे सीगे, कुछ अपने हंकार नूं खत्म किया। मैं कोई आ संसारी श्रृंगार नहीं किया जो बीबियां करदियां, इहदे नाल नहीं वो मालक खुश हुंदा। इहदा श्रृंगार है सहज संतोख श्रृंगारिया मिठा बोलनी। परमेश्वर की प्राप्ति का श्रृंगार है यह चंगे गुण। मिठत नीवी नानका गुण चंगियाइयां तत। कहती बाह फकड़ ठाकर हो किदी गुण अवगुण ना पछाणे। बस मालक ने मैनू आवदी बना लिया, फिर तो मेरे औगण भी नहीं देखे, क्योंकि वो मिलने नाल औगण आटोमैटिक ही भज जाती आ मनुख दे विचों, जीव दे विचों। फिर कहते मेरे गुण औगण भी नहीं उसने वेखे। गुण हार तै पाया, मैं सोने चांदी का हार नहीं, चंगे गुणा का हार गले विच पाया। भाव चंगे गुण धारण कीते। जिहड़ी बच्ची सहुरे जाके चंगे काम करदी आ, अपने बुद्धि मुताबक चंगे गुण उत्थे विखाउंदी आ, रसोई दे काम च, घर दे कामां धंधियां भी सारे कहंदे है सचियारी है, इहदी मां ने इहनूं बहुत वधिया काम सिखाए है। ते जिहड़ी गुरु प्यारिओ कोई काम ही ना कर सके सहुरे घर जाके, ते उहनूं फिर किहो जे ताने मिलदे आ। अनेकां तरह के कुढ़ आदि बचन उहदे वास्ते वरते जांदे आ। इस करके गुरु प्यारिओ पातशाह जी कहंदे इत्थे मैं कोई संसारी श्रृंगार करके खुश नहीं कीता। वाकई ही बंदा श्रृंगार सारे कर लवे, इस्त्री श्रृंगार कर लवे, पर पति नाल झूठ बोली जावे, उहदे कोलों चोरी करी जावे, फिर वो श्रृंगार वेख के खुश नहीं हुंदागा जद उहदे औगणां दा पता लगदा। कहन लगे मैं गुणां नूं ग्रहण कीता, गुण हार तै पाया, रंग लाल बनाया, तिस हब्बो किछ सुहंदा। उस मालक नूं तां चंगे गुण चाहीदे आ। फिर सादे कपड़े भी सोहने लगते आ, फिर सादा जीवन भी सोहना लगता। कोई जरूरी नहीं कि वह सोने चांदी के हार देख के खुश होंदा है। कोई सतनाम श्री, कोई तलक नहीं इन्हां दे नाल, उहनूं सब कुछ चंगा लगिया मेरा।
ਤਾਂ ਫਿਰ ਕੀ ਹੋਇਆ? ਜਾਂ ਨਾਨਕ ਧਨ ਸੁਹਾਗਣ ਸਾਈ, ਜਿਸ ਸੰਗ ਪਧਾਰ ਬਸੰਦਾ, ਮਾਲਕ ਨੇ ਆਪਦੇ ਨਾਲ ਮੇਲ ਲਿਆ। ਤਾਂ ਸ਼ੇਖ ਬ੍ਰਹਮ ਪੁੱਛਦਾ ਬਾਬੇ ਨਾਨਕ ਜੀ ਨੂੰ, ਮਹਾਰਾਜ ਤੁਸੀਂ ਕਿਵੇਂ ਪਾਇਆ, ਮੈਨੂੰ ਵੀ ਦੱਸੋ। ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ। ਤੇ ਜਵਾਬ ਸੀਗਾ ਗੁਰੂ ਨਾਨਕ ਜੀ ਦਾ, ਸਹਿਜ ਸੰਤੋਖ ਸ਼ਿੰਗਾਰੀਆ, ਮਿੱਠਾ ਬੋਲਣੀ। ਮਹਾਰਾਜ ਹੋਰ ਕੀ ਗੁਣ ਸੀਗਾ? ਪਰ ਰਸਾਲੂ ਤਾਂ ਮਿਲੇ, ਰਸਾਲੂ ਰਸ ਵਾਲਾ, ਸਾਡੀ ਜ਼ਿੰਦਗੀ ਵਿੱਚ ਰਸ ਭਰ ਦੇਣ ਵਾਲਾ। ਜਿਹੜੀ ਫੋਕੀ ਜ਼ਿੰਦਗੀ ਆ, ਟੈਨਸ਼ਨਾਂ ਚਿੰਤਾਵਾਂ ਦੀ ਭਰੀ ਹੋਈ, ਜਿੱਦੀ ਉਹ ਮਿਲ ਗਿਆ ਉਹਦੇ ਰਸ ਆ ਜਾਣਾ, ਉਹਦੇ ਜ਼ਿੰਦਗੀ ਜਿਉਣ ਨੂੰ ਜੀ ਕਰਨਾ, ਜਿਨ੍ਹਾਂ ਦਾ ਹੁਣ ਮਰਨ ਨੂੰ ਜੀ ਕਰਦਾ। ਕਈ ਵਾਰੀ ਬੰਦਾ ਇੰਨਾ ਦੁਖੀ ਹੋ ਜਾਂਦਾ ਨਾ ਜ਼ਿੰਦਗੀ ਤੋਂ ਵੀ ਇਦੋਂ ਤਾਂ ਮਰ ਜੀਏ ਯਾਰ, ਜਾਂ ਮਾਰ ਦਈਏ ਜਾਂ ਮਰ ਜੀਏ। ਪਰ ਜਦੋਂ ਗੁਰੂ ਕਿਰਪਾ ਕਰਦਾ ਹੈ, ਉਸ ਰਸ ਦੇਣ ਵਾਲੇ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਆ, ਫਿਰ ਇਹੀ ਜ਼ਿੰਦਗੀ ਸੋਹਣੀ ਲੱਗਦੀ ਆ। ਪਰ ਉਹ ਰਸ ਆਉਂਦਾ ਕਿਵੇਂ ਆ? ਪਰ ਰਸਾਲੂ ਤਾਂ ਮਿਲੈ, ਜਾਂ ਗੁਰ ਕਾ ਸ਼ਬਦ ਸੁਣੀ। ਉਹ ਰਸਾਲੂ ਪਰਮੇਸ਼ਰ ਰਸ ਦੇਣ ਵਾਲਾ ਪਰਮਾਤਮਾ ਤਾਂ ਮਿਲਦਾ ਜੇ ਗੁਰੂ ਦੇ ਸ਼ਬਦ ਨੂੰ ਗ੍ਰਹਿਣ ਕਰਾਂਗੇ, ਗੁਰੂ ਦੇ ਬਚਨਾਂ ਨੂੰ ਸੁਣਾਂਗੇ, ਉਹਦੇ ਮੁਤਾਬਕ ਚੱਲਣਾ ਸ਼ੁਰੂ ਕਰਾਂਗੇ। ਐਸਾ ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਹੈ। ਸ਼ੇਖ ਬ੍ਰਹਮ ਪੁੱਛਦਾ ਜੀ ਉਹ ਕਿੱਡਾ ਕੋ ਹੈ ਉਸ ਪਰਮੇਸ਼ਰ ਦੀ ਜਿਸ ਦੀ ਗੱਲ ਤੁਸੀਂ ਕਰਦੇ ਹੋ? ਕਹਿਣ ਲੱਗੇ ਕਿੱਡਾ ਹੈ? ਮੈਂ ਕਿਆ ਦੱਸਾਂ, ਕੀਤੀ ਆ ਤੇਰੀ ਕੁਦਰਤੀ। ਸੁਣ ਵੱਡਾ ਆਖੈ, ਸਭ ਕੋਏ ਕੇਵੜ ਵੱਡਾ ਡੀਠਾ ਹੋਏ। ਕੋਈ ਬੰਦਾ ਖੁਦ ਨਾ ਮਿਲੇ ਤਾਂ ਉਸ ਦੀਆਂ ਕੋਠੀਆਂ ਕਾਰਾਂ ਤੋਂ ਉਹਦੀਆਂ ਜ਼ਮੀਨਾਂ ਪਲਾਨਾਂ ਪਤਾ ਲੱਗਦਾ ਵੀ ਬੰਦਾ ਬਹੁਤ ਅਮੀਰ ਹੈ ਯਾਰ, ਇੰਨਾ ਸਮਾਨ ਇਹਦੇ ਕੋਲੇ। ਪਰਮੇਸ਼ਰ ਦਾ ਪਤਾ ਕਿਵੇਂ ਲੱਗੂਗਾ? ਉਹਦੀ ਸਾਜੀ ਹੋਈ ਕੁਦਰਤ ਦੇਖ ਕੇ। ਇਹ ਸ੍ਰਿਸ਼ਟੀ ਕਿੱਡੀ ਵੱਡੀ ਆ, ਕੁਦਰਤ ਕਿੱਡੀ ਵੱਡੀ ਆ। ਕੁਦਰਤ ਕਰਕੇ ਵਸਿਆ ਸੋਏ, ਕੁਦਰਤ ਨੂੰ ਬਣਾ ਕੇ ਇਹਦੇ ਵਿੱਚ ਹੀ ਉਸ ਦਾ ਵਾਸਾ ਹੈ। ਕੀਤੀ ਹੈ ਤੇਰੀ ਕੁਦਰਤੀ, ਉਹ ਕਿਤਨਾ ਵੱਡਾ ਹੈ। ਸ਼ੇਖ ਜੀ ਦੇਖੋ ਉਹਦੀ ਕੁਦਰਤ ਕਿੰਨੀ ਵੱਡੀ ਹੈ। ਇਦੋਂ ਵੱਡਾ ਹੈ ਉਹ। ਜੇਵੜ ਆਪ ਤੇਵੜ ਤੇਰੀ ਦਾਤ, ਜਿੱਡਾ ਆਪ ਹੈ ਓਡੀਆਂ ਓਡੇ ਉਹਦੇ ਕੰਮ, ਓਡੀਆਂ ਵੱਡੀਆਂ ਉਹਦੀਆਂ ਦਾਤਾਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਹੁਤ ਵੱਡੇ ਹਨ। ਫਤਿਹ ਸ਼ਾਹ ਦੀ ਲੜਕੀ ਦਾ ਵਿਆਹ ਰੱਖਿਆ ਤੇ ਉਸ ਨੇ ਸੱਦਾ ਭੇਜਿਆ, ਗੰਢ ਭੇਜੀ, ਨਿਉਂਦਾ ਭੇਜਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਵਿਆਹ ਵਿੱਚ ਸ਼ਾਮਲ ਹੋਣ ਲਈ। ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਅਸੀਂ ਤਾਂ ਵਿਆਹ ਵਿੱਚ ਨਹੀਂ ਆ ਸਕਦੇ, ਪਰ ਤੇਰਾ ਨਿਉਂਦਾ ਪ੍ਰਵਾਨ ਹੈ, ਸਾਡੇ ਸਿੱਖ ਆਉਣਗੇ। ਤੇ ਪਾਤਸ਼ਾਹ ਜੀ ਨੇ ਸਿੱਖਾਂ ਦੇ ਰਾਹੀਂ 1.25 ਲੱਖ ਰੁਪਏ ਦਾ ਤਮੋਲ ਉਸ ਵੇਲੇ ਭੇਜਿਆ। ਹਿਸਾਬ ਲਾ ਲਓ, ਉਦੋਂ ਦਾ 1.25 ਲੱਖ ਰੁਪਈਆ ਅੱਜ ਦੇ ਕਰੋੜਾਂ ਤੋਂ ਵੱਧ ਹੈ। ਤੇ 1.25 ਲੱਖ ਰੁਪਏ ਦੇ ਸੋਨੇ ਚਾਂਦੀ ਦੇ ਗਹਿਣੇ, ਸੋਨੇ ਚਾਂਦੀ ਦੇ ਬਰਤਨ, ਹੋਰ ਕੀਮਤੀ ਰੇਸ਼ਮੀ ਵਸਤਰ। ਤਮੋਲ ਦਾ ਮਤਲਬ ਹੈ ਪੈਕਿੰਗ। 1.25 ਲੱਖ ਰੁਪਏ ਦਾ ਸਮਾਨ ਉਸ ਵੇਲੇ ਭੇਜਿਆ ਮੇਰੇ ਪ੍ਰੀਤਮ ਨੇ। ਜੇ ਵੜਿਆਵ ਤੇਵੜ ਤੇ ਵੱਡਾ ਘਰ ਹੈ ਭਾਈ, ਵੱਡੇ ਘਰ ਨੂੰ ਵੱਡਾ ਹੀ ਕਰਨਾ ਚਾਹੀਦਾ। ਕਹੋ ਸਤਨਾਮ ਸ੍ਰੀ। ਇਸ ਕਰਕੇ ਪਰਮੇਸ਼ਰ ਦੇ ਬਾਰੇ ਸ਼ੇਖ ਬ੍ਰਹਮ ਪੁੱਛਦਾ ਉਹ ਕਿੱਡਾ ਕੋ ਵੱਡਾ ਹੈ ਮਹਾਰਾਜ। ਕਿਆ ਦੱਸਾਂ ਸ਼ੇਖ ਬ੍ਰਹਮ, ਕੀਤੀ ਆ ਤੇਰੀ ਕੁਦਰਤੀ, ਉਹਦੀ ਕੁਦਰਤ ਕਿੱਡੀ ਵੱਡੀ ਹੈ। ਕੇਵੜ ਤੇਰੀ ਦਾਤ, ਉਹਦੀਆਂ ਦਾਤਾਂ ਕਿੱਡੀਆਂ ਕਿੱਡੀਆਂ। ਕੇਤੇ ਤੇਰੇ ਜੀ ਜੰਤ, ਉਹਦੀ ਸਾਜੀ ਹੋਈ ਇਹ ਜਿਹੜੇ ਜੀਵ ਜੰਤ ਹਨ। 4 ਖਾਣੀਆਂ, ਆਂਡਿਆਂ ਤੋਂ ਪੈਦਾ ਹੋਣ ਵਾਲੇ ਪੰਛੀ, ਜੇਰ ਤੋਂ ਪੈਦਾ ਹੋਣ ਵਾਲਾ ਮਨੁੱਖ ਤੇ ਪਸ਼ੂ, ਸੇਤਜ ਮੈਲ ਤੋਂ ਪੈਦਾ ਹੋਣ ਵਾਲੇ ਜੀਵ ਜੰਤੂ, ਬਰੀਕ ਤੋਂ ਬਰੀਕ। ਇਸੇ ਤਰ੍ਹਾਂ ਹੀ ਧਰਤੀ ਤੋਂ ਪੈਦਾ ਹੋਣ ਵਾਲੀ ਇਹ ਸਾਰੀ ਸ੍ਰਿਸ਼ਟੀ, ਦਰਖਤ, ਗੰਡੋਏ ਆਦਿ ਜਾਨਵਰ ਵੀ ਮਿੱਟੀ 'ਚੋਂ ਪੈਦਾ ਹੁੰਦੇ ਆ। ਉਹਦੇ ਜੀਵਾਂ ਦਾ ਅੰਤ ਨਹੀਂ। ਕੇਤੇ ਤੇਰੇ ਜੀ ਜੰਤ ਸਿਫਤ ਕਰੇ ਦਿਨ ਰਾਤ। ਇਹ ਸਾਰੀ ਸ੍ਰਿਸ਼ਟੀ ਤੇਰੇ ਹੁਕਮ ਅੰਦਰ ਚੱਲ ਰਹੀ ਹੈ,
ਤਾਂ ਫਿਰ ਉਹ ਕਿੱਡਾ ਵੱਡਾ ਹੋਊਗਾ, ਹਿਸਾਬ ਲਾ ਲਾ ਆਪੇ ਹੀ। ਭੈ ਵਿੱਚ ਪਵਨ ਵਹੈ ਸਦਵਾਓ, ਭੈ ਵੀ ਚੱਲੈ ਲਖ ਦਰਿਆਓ, ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ। ਏਡਾ ਵੱਡਾ ਹਿਸਾਬ ਲਾ ਲਾ। ਦਿਨ ਰਾਤ ਉਸ ਪਰਮੇਸ਼ਰ ਦੀ ਸਿਫਤ ਸਾਰੇ ਕਰਦੇ ਹਨ। ਕੇਤੇ ਤੇਰੇ ਰੂਪ ਰੰਗ, ਕਿੰਨੇ ਰੂਪਾਂ ਰੰਗਾਂ ਦੀ ਦੁਨੀਆ ਸਾਜੀ ਆ। ਕੇਤੇ ਜਾਤੀ ਅਜਾਤ, ਕਿਤਨੀਆਂ ਜਾਤ ਭਾਵ ਜਿਵੇਂ ਖਾਣੀਆਂ ਕੀਤੀਆਂ ਆਪਾਂ, 4 ਖਾਣੀਆਂ। ਆ ਬੰਦੇ ਦੀਆਂ ਜਾਤਾਂ ਤਾਂ ਇੱਥੇ ਆ ਕੇ ਬਣੀਆਂ, ਬੰਦਾ ਇੱਕੋ ਹੀ ਆਇਆ ਉਤੋਂ। ਮਾਨਸ ਕੀ ਜਾਤ ਸਭ ਹੈ ਏਕੇ ਪਹਿਚਾਨ ਵੋ। ਇੱਥੇ ਜਾਤ ਦਾ ਮਤਲਬ ਹੈ ਪਸ਼ੂ ਪੰਛੀ ਮਨੁੱਖ ਆਦਿ ਆਦਿ। ਕਿੰਨੀਆਂ ਜਾਤਾਂ ਦੇ ਕਿੰਨੀਆਂ ਅਜਾਤਾਂ ਦੇ ਜੀਵ ਪੈਦਾ ਕੀਤੇ। ਸੱਚ ਮਿਲੈ ਸੱਚ ਉਪਜੈ, ਸੱਚ ਮੈਂ ਸੱਚ ਸਮਾਏ। ਸ਼ੇਖ ਬ੍ਰਹਮ ਜੀ, ਉਹ ਸੱਚ ਦੇ ਵਿੱਚ ਮਿਲਣ ਵਾਸਤੇ ਸਾਨੂੰ ਆਪਣੇ ਅੰਦਰ ਸੱਚ ਪੈਦਾ ਕਰਨਾ ਪੈਣਾ। ਦੁਨੀਆ ਨਾਲ ਵਿਚਰਨ ਵੇਲੇ ਸੱਚ ਵਰਤਣਾ ਪੈਣਾ, ਸੱਚ ਬੋਲਣਾ ਪੈਣਾ, ਇਮਾਨਦਾਰੀ ਰੱਖਣੀ ਪੈਣੀ ਆ। ਜੇ ਸੱਚੇ ਨੂੰ ਮਿਲਣਾ ਤੇ ਸੱਚੇ ਬਣਨਾ ਪੈਣਾ। ਸੱਚ ਮਿਲੇ ਸੱਚ ਉਪਜੈ, ਤੇ ਜਿੱਦੇ ਉਹ ਤੈਨੂੰ ਮਿਲ ਗਿਆ ਤੇਰੇ ਅੰਦਰ ਵੀ ਸੱਚ ਉਹਨੇ ਪੈਦਾ ਕਰ ਦੇਣਾ। ਭਾਵ ਕੁਛ ਕਦਮ ਚੱਲਣੇ ਪੈਣਗੇ, ਫਿਰ ਉਹ ਮਿਲ ਜਾਣਾ, ਫਿਰ ਉਹਨੇ ਬਾਕੀ ਕੰਮ ਆਪੇ ਕਰ ਲੈਣਾ ਸਾਰਾ। ਸੱਚ ਮਿਲੈ ਸੱਚ ਉਪਜੈ, ਸੱਚ ਮੈਂ ਸਾਧ ਸਮਾਏ। ਤੇ ਜਦੋਂ ਤੇਰੇ ਅੰਦਰ ਸੱਚ ਪੈਦਾ ਹੋ ਗਿਆ, ਫਿਰ ਉਹ ਤੇਰੇ ਵਿੱਚ ਤੇ ਤੂੰ ਉਹਦੇ ਵਿੱਚ। ਬਾਬਾ ਕਬੀਰ ਸਾਹਿਬ ਜੀ ਦਾ ਬਚਨ ਹੈ, ਸੁਣ ਸਖੀ ਜੀਓ ਮੈਂ ਪੀਓ ਬਸੈ, ਪੀਓ ਮੈਂ ਬਸੈ ਕੇ ਜੀਓ। ਹੁਣ ਮੈਨੂੰ ਸਮਝ ਨਹੀਂ ਆਉਂਦੀ ਮੇਰੇ ਵਿੱਚ ਉਹ ਆ ਕਿ ਮੈਂ ਉਹਦੇ ਵਿੱਚ ਹਾਂ। ਜੀਓ ਪੀਓ ਬੂਝੋ ਨਹੀਂ, ਘਟ ਮਹਿ ਜੀਓ ਕੇ ਪੀਓ। ਹੁਣ ਇਹ ਨਹੀਂ ਪਤਾ ਲੱਗਦਾ ਮੇਰੇ ਅੰਦਰ ਮੈਂ ਬੋਲਦਾ ਕਿ ਉਹ ਬੋਲਦਾ। ਤੂੰ ਤੂੰ ਕਰਤੇ ਤੂੰ ਪਿਆ, ਮੁਝ ਮੈਂ ਰਹਾ ਨਾ ਹੂੰ। ਜਬ ਆਪਾ ਪਰਕਾ ਮਿਟ ਗਿਆ, ਜਦ ਦੇਖੋ ਤਾਂ ਤੂੰ। ਹੁਣ ਇਹਦੇ ਵਿੱਚ ਉਹੀ ਬੋਲਦਾ, ਹੋਰ ਨਹੀਂ ਕੋਈ ਬੋਲਦਾ। ਕਬੀਰ ਸਾਹਿਬ ਜੀ ਕਹਿੰਦੇ ਮੈਨੂੰ ਤਾਂ ਪਤਾ ਹੀ ਲੱਗਦਾ ਹੁਣ ਕੌਣ ਬੋਲਦਾ ਇਹ 'ਚ। ਇਸ ਕਰਕੇ ਜਦੋਂ ਇਹ ਅਵਸਥਾ ਆ ਗਈ, ਫਿਰ ਸੱਚ ਦੇ ਵਿੱਚ ਜੀਵ ਤੇ ਜੀਵ ਦੇ ਵਿੱਚ ਸੱਚ ਆ ਜਾਣਾ। ਕਹੋ ਸਤਿਨਾਮ। ਦੋਨੇ ਓਤ ਪੋਤ ਇੱਕ ਦੂਜੇ ਨਾਲ ਹੋ ਜਾਣੇ ਆ। ਉੱਥੇ ਪਹੁੰਚ ਕੇ ਭਗਤ ਰਵਿਦਾਸ ਜੀ ਕਹਿੰਦੇ ਆ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਤੇਰੇ 'ਚ ਤੇ ਮੇਰੇ 'ਚ ਤੇ ਮੇਰੇ 'ਚ ਤੇ ਤੇਰੇ 'ਚ ਹੁਣ ਕੋਈ ਫਰਕ ਹੀ ਨਹੀਂ ਰਹਿ ਗਿਆ। ਕਹੋ ਸਤਿਨਾਮ ਸ੍ਰੀ। ਕਣਕ ਕਣਕ ਜਲ ਤਰੰਗ ਜੈਸਾ। ਜਿਵੇਂ ਸੋਨਾ ਤੇ ਸੋਨੇ ਦੇ ਗਹਿਣੇ ਕੋਈ ਫਰਕ ਨਹੀਂ, ਗਹਿਣਿਆਂ ਦਾ ਆਕਾਰ ਬਣ ਗਿਆ। ਸੋਨਾ ਡਲਾ ਹੈ, ਪਰਮੇਸ਼ਰ ਡਲੇ ਦੀ ਨਿਆਈ ਹੈ, ਸੋਨਾ ਹੈ, ਅਸੀਂ ਬਣੇ ਹੋਏ ਗਹਿਣੇ ਹਾਂ ਉਸ ਤੋਂ। ਕੋ ਸਤਿਨਾਮ ਸ੍ਰੀ। ਜਿਵੇਂ ਪਾਣੀ ਸਮੁੰਦਰ ਤੇ ਸਮੁੰਦਰ ਤੋਂ ਬਣੀਆਂ ਲਹਿਰਾਂ ਤੇ ਬੁਲਬੁਲੇ ਜਦ ਖਤਮ ਹੁੰਦੀ ਹੈ ਫਿਰ ਸਮੁੰਦਰ ਬਣ ਜਾਂਦੀ ਹੈ। ਗਹਿਣੇ ਨੂੰ ਢਾਹ ਦਿਓ, ਮਚਾ ਦਿਓ, ਗਾਲ ਦਿਓ, ਫਿਰ ਸਿਉਣਾ ਬਾਕੀ ਬਚ ਜਾਂਦਾ ਹੈ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਸੱਚ ਮਿਲੇ ਸੱਚ ਹੀ ਉਪਜੇ, ਸੱਚ ਮੈਂ ਸਾਧ ਸਮਾਏ। ਇਸ ਤਰ੍ਹਾਂ ਸਿੱਖੋ, ਜਦੋਂ ਤੁਹਾਡੇ ਅੰਦਰ ਸੱਚ ਪੈਦਾ ਹੋ ਗਿਆ ਨਾ, ਉਹ ਸੱਚ ਨੇ ਆਪ ਹੀ ਆ ਜਾਣਾ, ਉਹਨੂੰ ਲੱਭਣ ਦੀ ਲੋੜ ਨਹੀਂ ਪੈਣੀ। ਉਹ ਸਾਨੂੰ ਲੱਭ ਲਵੇਗਾ। ਸੱਚ ਕਿੱਥੇ ਕਿੱਥੇ ਹੈ। ਜਿੱਥੇ ਜਿੱਥੇ ਸੱਚ ਵੇਖਿਆ ਉੱਥੇ ਉੱਥੇ ਬੋਲ ਪਿਆ। ਰਵਿਦਾਸ ਜੋੜੇ ਗੰਢਣ ਵਾਲਾ ਉਹਦੇ ਵਿੱਚੋਂ ਬੋਲ ਪਿਆ। ਕਬੀਰ ਸਾਹਿਬ ਜੁਲਾਹੇ ਦੇ ਅੰਦਰੋਂ ਬੋਲ ਪਿਆ। ਧੰਨਾ ਭਗਤ ਜੱਟ, ਇਹ ਬਿਨ ਸੁਣ ਕੇ ਜੱਟ ਉੱਠ ਭਗਤੀ ਲਾਗਾ, ਉੱਥੋਂ ਬੋਲ ਪਿਆ। ਉਹਨੇ ਸਾਨੂੰ ਲੱਭ ਲੈਣਾ, ਅਸੀਂ ਉਹਨੂੰ ਨਹੀਂ ਲੱਭ ਸਕਦੇ। ਸਾਡੀ ਏਡੀ ਮੱਤ ਨਹੀਂ ਹੈ। ਕਹੋ ਸਤਿਨਾਮ ਸ੍ਰੀ। ਉਹਨੇ ਲੱਭ ਲੈਣਾ ਜਦੋਂ ਸਾਡੇ ਵਿੱਚ ਸੱਚ ਆ ਗਿਆ, ਸਾਡੇ ਵਿੱਚ ਇਹ ਗੁਣ ਆ ਗਏ, ਫਿਰ ਉਹਨੇ ਆਪੇ ਪ੍ਰਗਟ ਹੋ ਜਾਣਾ ਹੈ। ਮੇਰੇ ਪ੍ਰੀਤਮ ਜੀ ਕਹਿੰਦੇ ਆਖਰੀ ਪੰਕਤੀਆਂ ਵਿੱਚ, ਸੱਚ ਮਿਲੇ ਸੱਚ ਉਪਜੈ, ਸੱਚ ਮੈਂ ਸਾਧ ਸਮਾਏ। ਸੁਰਤ ਹੋਵੇ ਪੱਤ ਉਗਵੇ। ਜਿਵੇਂ ਬੀਜ ਬੀਜੀਏ ਤੇ ਪੌਦਾ ਪੈਦਾ ਹੋ ਜਾਂਦਾ ਹੈ, ਸੱਚ ਬੀਜੀਏ ਤਾਂ ਇਸ ਦੀ ਨਿਸ਼ਾਨੀ ਹੈ ਕਿ ਤੁਹਾਡੀ ਇੱਜ਼ਤ ਹੋਣੀ ਲੱਗ ਜੂ ਸ਼ੁਰੂ। ਰੇ ਰੇ ਦਰਗਹਿ ਕਹੈ ਨ ਕੋ, ਆਓ ਬੈਠ ਆਦਰ ਸ਼ੁਭ ਦੇਉ। ਸਤਕਾਰ ਮਿਲੇਗਾ, ਇੱਜ਼ਤ ਮਿਲੇਗੀ। ਇਹ ਸੱਚ ਦਾ ਫਲ ਹੋਵੇਗਾ, ਲੱਛਣ। ਜਿੱਦੇ ਤੁਹਾਡੇ ਵਿੱਚ ਸੱਚ ਆ ਗਿਆ ਨਾ,
तुहाडी सुरत विच, तां फिर तुहाडे अंदरों पत उगवै, तुहाडी इज्जत पैदा होवेगी। रे रे दरगह कहे न को, उत्थे भी तुहानू कोई ऐ नहीं कहूगा ओए तू किधर चले आ, ते इत्थे भी लोग सत्कार देणगे, धर्मराज भी सत्कार करूगा। धर्मराज ऐसे चवै कीतो भवन पुनीत। इस करके सुरत होवे पत उगवै। जदों साडी सुरत में सच आ गया फिर साडी इज्जत होगी। ए तराहे पत पवड़ियां, क्योंकि रस्ता ही इज्जत वाला है। चढ़िया होए अकीस, सुरत होवे पति उगवै, गुर बचनी भाव खाए। पर शर्त है कि गुरमत अनुसार गुरु के डर विच चलो। जिहड़ा गुरु के डर विच चलदा वो झूठ बोलना बंद कर दूगा, जिहड़ा नहीं डरदा वो झूठ बोलूगा। कहो सतनाम श्री, सच कौन बोलूगा डरदा है। इस करके गुरु के बचनों का डर मनो। नानक सच्चा पातशाह आपे ले मिलाए। जद असी भाव विच आ गए ते भाव विच आ गए, भब्बे कन्ना भाव साडे विच प्रेम आ गया। जदों गुरु का डर आ गया तो गुरु ने आपे मिला लेना, फिर देर नहीं लगनी। शेख ब्रह्म पुछदा सी उस कंत नूं किवें पाईए, कहंदे आ जा बह के गल करदे आ। आवो भैणे गल मिले अंक सहेलड़ियां, मिलखे करे कहानियां, समरथ कंत कियां। असी उहनूं किवें पाईए, कहंदे किवें पाईए। साचे साहिब गण सब गुण औगुण सब ही असां। ਉਹ ਗੁਣਾਂ ਦਾ ਖਜ਼ਾਨਾ है, ਅਸੀਂ ਔਗਣਾਂ ਦੇ ਭਰੇ ਆ। ਤਾਂ ਤੇ ਧਾਤ ਲਿਵੈ ਜੋੜ ਨਾ ਆਵਈ। ਲਿਵ ਹੁੰਦਾ ਪ੍ਰੇਮ, ਧਾਤ ਹੁੰਦੀ ਹੈ ਮਾਇਆ। ਮਾਇਆ ਤੇ ਪ੍ਰੇਮ ਦੋਨਾਂ ਦਾ ਕੋਈ ਸੰਬੰਧ ਨਹੀਂ ਹੈ। ਕਹੋ ਸਤਨਾਮ ਸ੍ਰੀ। ਧਾਤ ਮਿਲਿਆ ਫੁਨ ਧਾਤ ਕੋ, ਲਿਵ ਲਿਵੈ ਕੋ ਧਾਵੈ। ਧਾਤੂ ਸੋਨਾ ਹੈ, ਉਹਨੂੰ ਢਾਲੀਏ ਤਾਂ ਉਹਦੇ ਵਿੱਚ ਪਾਣੀ ਨਹੀਂ ਮਿਲ ਸਕਦਾ, ਤਾਂਬਾ ਮਿਲ ਸਕਦਾ, ਪਿੱਤਲ ਮਿਲ ਸਕਦਾ, ਚਾਂਦੀ ਮਿਲ ਸਕਦੀ ਹੈ। ਧਾਤਾਂ ਵਿੱਚ ਧਾਤਾਂ ਹੀ ਰਲਣਗੀਆਂ। ਪ੍ਰੇਮ ਦੇ ਵਿੱਚ ਪ੍ਰੇਮ ਰਲੂਗਾ। ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰ ਪਾਇਓ। ਤਾਂ ਤੇ ਸਿੱਖਾ ਜਿੱਦੇ ਤੇਰੇ ਵਿੱਚੋਂ ਔਗਣ ਨਿਕਲ ਗਏ, ਉਹਦੇ ਗੁਣਾਂ ਦਾ ਖਜ਼ਾਨਾ ਤੈਨੂੰ ਵੀ ਮਿਲ ਜਾਣਾ ਹੈ। ਸਾਚੇ ਸਾਹਿਬ ਸਭ ਗੁਣ ਔਗੁਣ ਸਭ ਅਸਾਹਾਂ। ਇੱਕ ਇਹ ਮੰਨ ਲਾ कि जो हो रहा परमेश्वर कर रहा है, करता सब को तेरे जोर, तेरे तो बगैर कुछ नहीं हो सकता। एक शब्द विचारिए बस ओदे नाल जुड़िए। जां तू जे ओ मिल गया तां क्या होर, फिर कुछ होर प्राप्त करन दा बकाया नहीं रह जाना। सो ये सी पवित्र शब्द के विचार। अगले शब्द के विचार कल के दीवाना में सरवण करांगे। बोलदे अनेक अखर बाद घट हो जाते। सिख संगतां दे सतगुरु बख्शण जोग है, बख्श लेना जी। समाप्ति करिए। बुलाओ फतेह पाओ फतेह। वाहिगुरु जी का खालसा, वाहिगुरु जी की फतेह। वाहिगुरु।